ਗੁਰਦੇਵ ਸਿੰਘ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਕਾਰਕੌਰ। ਮੇਰੇ ਵੱਲੋਂ ਸਾਰੇ ਹੀ ਅਧਿਆਪਕ ਸਾਹਿਬਾਨ ਔਰ ਬਹੁਤ ਹੀ ਪਿਆਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚੋ, ਜਿਹੜਾ ਆਪਣਾ ਅੱਜ ਦਾ ਟੌਪਿਕ ਹੈ 8ਵੀਂ ਜਮਾਤ ਦਾ, ਉਹ ਹੈਗਾ ਅਲਜੈਬਰਿਕ ਐਕਸਪ੍ਰੈਸ਼ਨ ਔਰ ਆਇਡੈਂਟੀਟੀਜ਼। ਆਪਾਂ ਇਸ ਨੂੰ 2-3 ਲੈਕਚਰ ਦੇ ਵਿੱਚ ਕਰਾਂਗੇ। ਕਿਹੜਾ ਹੈ ਬੱਚੋ? ਬੀਜ ਗਣਿਤਕ ਵਿਅੰਜਕ ਅਤੇ ਤਤਸਮਕ। ਸਭ ਤੋਂ ਪਹਿਲਾਂ ਬੱਚੋ ਇਸ ਦੇ ਵਿੱਚ ਆਪਾਂ ਦੇਖਣਾ ਕਿ ਅਲਜੈਬਰਿਕ ਐਕਸਪ੍ਰੈਸ਼ਨ ਬੱਚੋ ਹੁੰਦੀ ਕੀ ਚੀਜ਼ ਹੈ, ਇਹਦੀ ਡੈਫੀਨੇਸ਼ਨ ਕੀ ਹੈ, ਉਹ ਆਪਾਂ ਦੇਖਦੇ ਹਾਂ ਪਹਿਲਾਂ ਚੰਗੀ ਤਰ੍ਹਾਂ। ਚੱਲ ਅਤੇ ਅਚਲ, ਕੌਂਸਟੈਂਟ ਔਰ ਵੇਰੀਏਬਲ ਇਹਨਾਂ ਦਾ ਨਾਂ ਹੁੰਦਾ ਬੱਚੋ। ਚੱਲ ਅਤੇ ਅਚਲ, ਚੱਲ ਜੋ ਬਦਲ ਜਾਵੇ, ਅਚਲ ਜੋ ਨਾ ਬਦਲੇ, ਵੇਰੀਏਬਲ ਐਂਡ ਕੌਂਸਟੈਂਟ। ਰਾਸ਼ੀਆਂ ਨੂੰ ਮਿਲਾ ਕੇ ਵਿਅੰਜਕ ਬਣਦੇ ਹਨ। ਚੱਲ ਰਾਸ਼ੀ, ਹੁਣ ਆਪਾਂ ਦੀ ਅਲੱਗ-ਅਲੱਗ ਬੱਚੋ ਡੈਫੀਨੇਸ਼ਨ ਦੇਖਣੀ ਹੈ ਕਿ ਹੁੰਦੀ ਕੀ ਹੈ। ਚੱਲ ਰਾਸ਼ੀ ਜਿਸ ਰਾਸ਼ੀ ਦਾ ਮਾਨ ਨਿਸ਼ਚਿਤ ਨਹੀਂ ਹੁੰਦਾ, ਭਾਵ ਬਦਲਦਾ ਰਹਿੰਦਾ ਹੈ, ਚੇਂਜ ਹੁੰਦਾ ਰਹਿੰਦਾ ਹੈ, ਵੇਰੀਏਬਲ, ਉਸ ਨੂੰ ਅਸੀਂ ਚੱਲ ਰਾਸ਼ੀ ਕਿਹਾ ਜਾਂਦਾ ਹੈ। ਐਗਜ਼ਾਮਪਲ ਕਿੰਨੀ ਵਧੀਆ ਦੇਖੋ ਬੱਚੋ, ਜਿਵੇਂ X, Y, Z, A, B, C, ਭਾਵ ਅਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਮੁੱਲ ਹੈ ਉਹ ਕੀ ਨਹੀਂ ਹੁੰਦਾ ਬੱਚੋ? ਨਿਸ਼ਚਿਤ ਨਹੀਂ ਹੁੰਦਾ, ਬਦਲਦਾ ਰਹਿੰਦਾ ਹੈ। ਫਿਰ ਅੱਗੇ ਕੀ ਆ ਗਿਆ ਬੱਚੋ ਆਪਣੇ ਕੋਲੇ? ਅਚਲ ਰਾਸ਼ੀ। ਤਾਂ ਅਚਲ ਰਾਸ਼ੀ ਜਿਹੜੀ ਹੋਏਗੀ ਬੱਚੋ, ਇਸ ਤੋਂ ਉਲਟ ਹੋਏਗੀ। ਉਹਦਾ ਮਾਨ ਹੈ ਜਿਹੜਾ, ਮੁੱਲ ਹੈ ਜਿਹੜਾ, ਉਹਦਾ ਵੈਲਿਊ ਉਹਦੀ ਜਿਹੜੀ ਨਿਸ਼ਚਿਤ ਹੁੰਦੀ ਹੈ, ਅਤੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਅਚਲ ਰਾਸ਼ੀ, ਕੌਂਸਟੈਂਟ। ਜਿਵੇਂ ਹੁਣ ਇਹਦੇ ਵੀ ਆਪਾਂ ਐਗਜ਼ਾਮਪਲ ਦੇਖਣੀ ਆ। ਉੱਪਰ ਬੱਚੋ ਕੀ ਐਗਜ਼ਾਮਪਲ ਆਈ ਹੈ ਆਪਣੇ ਕੋਲੇ? ਅਲਜੈਬਰੇ ਦੇ ਅੱਖਰ ਆਏ ਨੇ। ਹੁਣ ਇਹਦੀ ਆਪਾਂ ਐਗਜ਼ਾਮਪਲ ਦੇਖਦੇ ਹਾਂ ਬੱਚੋ ਕੀ ਬਣ ਸਕਦੀ ਹੈ। ਦੇਖੋ ਆ, ਦੇਖੋ 10, 15, 6, ਭਾਵ ਨੂਮੈਰੀਕਲ ਅੱਖਰ ਜਿਹੜੇ ਹੈਗੇ ਨੇ ਬੱਚੋ, ਉਹਨਾਂ ਦੀ ਵੈਲਿਊ ਚੇਂਜ ਨਹੀਂ ਆਉਂਦੀ, ਉਹ ਜੋ ਆ ਗਿਆ ਆਪਾਂ ਉਹੀ ਲਿਖਦਾ। ਲੇਕਿਨ X, Y, A, B, C ਦੀ ਵੈਲਿਊ ਹੈ ਜਿਹੜੀ ਉਹ ਬਦਲਦੀ ਰਹਿੰਦੀ ਹੈ। ਤਾਂ ਇਸ ਤੋਂ ਬਾਅਦ ਬੱਚਿਓ ਹੁਣ ਤੁਸੀਂ ਦੱਸਣਾ, ਮੈਂ ਕੁਛ ਅਲਜੈਬਰਿਕ ਐਕਸਪ੍ਰੈਸ਼ਨ ਲਿਖੇ ਨੇ, ਜਿਵੇਂ 2y² ਔਰ ਦੂਸਰਾ ਲਿਖਿਆ ਬੱਚੋ ਮੈਂ 3x² - 5x। ਇਸ ਨੂੰ ਆਪਾਂ ਅਲੱਗ-ਅਲੱਗ ਜਿਹੜੇ ਮੈਂ ਡੱਬੇ ਬਣਾਏ ਨੇ, ਬਾਕਸ ਬਣਾਉਣੇ, ਇਹਨਾਂ ਦੇ ਵਿੱਚ ਲਿਖਣਾ ਹੈ। ਜਿਵੇਂ ਆਪਾਂ 2 ਬੱਚੋ ਇੱਧਰ ਆ ਗਿਆ ਔਰ ਇਸ ਦਾ ਮੁੱਲ ਦੱਸਣਾ ਬੱਚੋ ਕੀ ਹੈ। ਦੱਸ ਸਕਦੇ ਹੋ ਕੀ ਹੈ? ਬੋਲੋ। ਅਚਲ, ਕੌਂਸਟੈਂਟ। ਮੈਂ ਪਹਿਲਾਂ ਦੱਸ ਕੇ ਹਟਿਆ ਬੱਚੋ ਪਹਿਲੇ ਐਗਜ਼ਾਮਪਲ ਦੇ ਵਿੱਚ ਕਿ ਨੂਮੈਰੀਕਲ ਵੈਲਿਊਜ਼ ਜਿਹੜੀ ਉਸ ਦੀ ਵੈਲਿਊ ਹੈ ਜਿਹੜੀ ਉਹ ਕੌਂਸਟੈਂਟ, ਭਾਵ ਅਚਲ। ਹੁਣ ਸੈਕਿੰਡ ਦੇ ਵਿੱਚ ਕੀ ਆਏਗਾ ਬੱਚੋ? y²। ਇਹ ਹੁਣ ਤੁਸੀਂ ਆਪ ਦੱਸੋ ਕੀ ਬਣ ਸਕਦਾ? ਕੀ ਬਣ ਸਕਦਾ ਬੱਚੋ? ਚੱਲ, ਵੇਰੀਏਬਲ। ਠੀਕ ਹੈ, ਇਹ ਸੀ ਬੱਚੋ ਇੱਕ ਡਿਜਿਟ ਜਿਹੜਾ ਮੈਂ ਲਿਖਿਆ ਸੀਗਾ, ਇੱਕ ਐਕਸਪ੍ਰੈਸ਼ਨ ਲਿਖਿਆ ਸੀਗਾ ਇੱਕ ਪਦੀ ਦਾ। ਹੁਣ ਜਿਵੇਂ ਨੀਚੇ ਮੈਂ ਲਿਖਿਆ 3x² - 5, ਤਾਂ ਇਸ ਨੂੰ ਵੀ ਬੱਚੋ ਆਪਾਂ ਅਲੱਗ-ਅਲੱਗ ਬਾਕਸਿਸ ਦੇ ਵਿੱਚ ਲਿਖਾਂਗੇ। ਜਿਵੇਂ 3 ਆ ਗਿਆ, x² ਆ ਗਿਆ ਔਰ 5 ਆ ਗਿਆ। ਹੁਣ ਇਸ ਦੇ ਵਿੱਚ ਬੱਚੋ ਆਪਾਂ ਇਸ ਤਰ੍ਹਾਂ ਹੀ ਆਇਡੈਂਟੀਫਾਈ ਕਰਨੇ ਨੇ ਕਿ ਇਹਨਾਂ ਦੇ ਵਿੱਚ ਕਿਹੜੇ-ਕਿਹੜੇ 3, x² ਔਰ 5 ਦੇ ਵਿੱਚ ਕਿਹੜੀ ਜਿਹੜੀ ਵੈਲਿਊਜ਼ ਹੈ ਉਹ ਕੌਂਸਟੈਂਟ ਹੈ ਔਰ ਕਿਹੜੀ ਜਿਹੜੀ ਵੈਲਿਊ ਉਹ ਵੇਰੀਏਬਲ ਹੈ, ਭਾਵ ਕਿਹੜੀ ਅਚਲ ਹੈ ਅਤੇ ਕਿਹੜੀ ਚੱਲ ਹੈ। ਜਿਵੇਂ ਇਸ ਦੇ ਵਿੱਚ ਹੁਣ ਬੱਚੋ ਦੇਖੋ ਧਿਆਨ ਨਾਲ, ਕੀ ਲਿਖਾਂਗੇ ਬੱਚੋ? ਇਸ ਨੂੰ ਦੱਸ ਸਕਦੇ ਹੋ? ਭਾਵ ਚੱਲ, ਵੇਰੀਏਬਲ। ਹੁਣ ਜਿਹੜੀਆਂ ਬੱਚੋ 2 ਰਹਿ ਗਈਆਂ ਉਹ ਵੀ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ। ਕੀ ਲਿਖਾਂਗੇ ਬੱਚੋ ਇਸ ਨੂੰ? ਹਾਂ ਬੋਲੋ। ਅਚਲ, ਭਾਵ ਕੌਂਸਟੈਂਟ। ਅਤੇ ਜ਼ਰੂਰ ਬੱਚੋ ਯਾਦ ਰੱਖਣਾ, ਅੱਗੇ ਜਿਹੜੀ ਚੀਜ਼ ਮੈਂ ਹੁਣ ਦੱਸਦਾ ਜਾ ਰਿਹਾ, ਜਿਵੇਂ ਆਪਾਂ ਇਹਦੇ ਕੁਐਸਚਨ ਸੋਲਵ ਕਰਾਂਗੇ, ਚਾਹੇ ਬੱਚੇ ਉਹ ਐਡੀਸ਼ਨ ਦੇ ਨੇ, ਸਬਟਰੈਕਸ਼ਨ ਦੇ ਨੇ, ਮਲਟੀਪਲੀਕੇਸ਼ਨ ਦੇ ਨੇ, ਸਾਰਿਆਂ ਦੇ ਵਿੱਚ ਇਹਨਾਂ ਦੀ ਆਪਾਂ ਨੂੰ ਲੋੜ ਪੈਣੀ ਹੈ। ਨੈਕਸਟ ਬੱਚੋ ਕਿ ਬੀਜ ਗਣਿਤਕ ਵਿਅੰਜਕ ਜਿਹੜੇ ਆਪਾਂ ਬਣਾਉਣੇ ਨੇ ਉਹ ਬਣਦੇ ਕਿਵੇਂ ਨੇ। ਹੁਣ ਇਹਦੇ ਵਿੱਚ ਕੀ ਲਿਖਿਆ ਬੱਚੋ? ਚੱਲ ਅਤੇ ਅਚਲ, ਭਾਵ ਕੀ ਕਹਾਂਗੇ? ਚੱਲ ਅਤੇ ਅਚਲ ਰਾਸ਼ੀਆਂ ਉੱਪਰ ਜੋੜ, ਘਟਾਓ, ਗੁਣਾ ਔਰ ਭਾਗ ਵਰਗੀਆਂ ਜਿਹੜੀਆਂ ਐਕਟੀਵਿਟੀਜ਼ ਕਰਦੇ ਹਾਂ ਆਪਾਂ, ਕਿਰਿਆਵਾਂ ਕਰਦੇ ਹਾਂ, ਉਹਨਾਂ ਦੀ ਵਰਤੋਂ ਕਰਕੇ ਵਿਅੰਜਕ ਬਣਦੇ ਹਨ। ਜਿਵੇਂ ਐਗਜ਼ਾਮਪਲ ਬੱਚੋ ਕੀ ਲਿਖੀ ਹੈ ਮੈਂ? 10x, 10x। ਹੁਣ ਤੁਸੀਂ ਤਾਂ ਕਹਤਾ ਵੀ ਠੀਕ ਹੈ ਸਰ, ਜੇ 10x ਅਸੀਂ ਲਿਖਤਾ ਹੈ, 10x ਬੱਚੋ ਬਣਿਆ ਕਿਵੇਂ ਆ?
देखो ये बनया बच्चों 10 की है अचल तो एक्स की है बच्चों चल। तो की किया आपां 10 दी एक्स नाल गुणा करती, भाव किहड़ी आपां ने इस दे बच्चों क्रिया की है मल्टीप्लिकेशन की, तो यह बन गया 10x। हूँ जो बच्चों नीचे मैं एग्जाम्पल लिखी है देख रहे हो बच्चों ध्यान नाल, वो लिखी है मैं 15x प्लस 7। हूँ देखो इस बच्चों किन्नियां क्रियावां जिहड़ियां आपां कीतियां, मल्टीप्लिकेशन भी हुई है प्लस भी होया। किवें होया देखो 15 और 7 की ने बच्चों अचल और x की है बच्चों चल। तो कितना की बच्चों अपन ने इन्हां दा 15 की गुणा की किहदे नाल बच्चों x नाल और प्लस करता 7, तो ये बन गई 15x प्लस 7। तो यह है जिस तरह आपां कोई बीज गणितक व्यंजक बनाउणा होवे। इस तो अगे बच्चों व्यंजकों के पद गिणती भी आएगी अगे। ये व्यंजकों का वो भाग जो पहला अलग है और फिर उसनूं आपां बाद दे विच जोड़ दिंदे आ। जिवें एग्जाम्पल दे विच लिखा बच्चों 7 गुणा एक्स, तो जो बच्चों आप इन्हां दी मल्टीप्लिकेशन की गुणा की तो यह बन गया 7x स्केयर। तो दूसरे बच्चों पासे मैं लिखा 6 गुणा एक्स गुणा वाई, तो इन्हां दी गुणा बन गई 6x वाई। तो आप इन्हां दे बनावांगे जो व्यंजक बनणगे तो बच्चों वो बन गए 7x दी 2 प्लस 6x वाई। भाव जिहड़े आपां अलग अलग सीगे उन्होंने अपने की करता प्लस करता। फिर सैकेंड जिहड़ी एग्जाम्पल बच्चों लिखी है मैं वो लिखा है 12 गुणा एक्स बराबर है 12x स्केयर। फिर बच्चे एक सैकेंड लिखी है मैं 18 गुणा Z, ये गुणा बन गई 18Z। फिर है बच्चों माइनस 7 गुणा एक्स गुणा वाई, तो ये मल्टीप्लिकेशन बन गई बच्चों माइनस 7x वाई। तो इसका की बनेगा बच्चों 12x स्केयर प्लस 18Z माइनस 7x वाई। भाव पहला ये बच्चों अलग ने, फिर आप इन्हों जोड़ देने। इस कोई भी क्रिया बच्चों आप कर सकते हैं निशान के मुताबिक। प्लस की करनी हो तो निशान की लोड़ नहीं होती बच्चों, ऑलरेडी पता अपन कि प्लस का निशान है। अगर माइनस लिखा जाता है तो आप माइनस लिखते हैं। हुण बच्चों व्यंजकों के गुणनखंड फैक्टराइजेशन थोड़ा ही इसका भाग, क्योंकि इस दे नाल संबंधित अपने को क्वेश्चन ने। हुण जिवें अपने को हैगा 7x क्यूब भाव 7x की शक्ति 3, तो ये बच्चों बनया किवें है 7 गुणा एक्स 7x की 3। तो ये बच्चों गुणनखंड की हो गए देखो आही बने ना, एक 7 है फिर x है फिर x है फिर x, ये फैक्टर हो गए गुणनखंड। हुण इस तरह तुसीं नीचे वाले भी दस सकते हो की बन के बच्चों ये देख के भी दस सकते हो। तो मैं 10 भी दिना 11 एक्स तो एक्स 2 बारी है तो वाई भी किन्ने बारी आएगा 2 बारी। इस तरह नीचे एक होर बच्चों एग्जाम्पल लिखी है कि 13x स्केयर वाई स्केयर और Z। इसके बच्चों अपन है फैक्टर के रूप के गुणनखंड के रूप के आप इसनूं लिखना व्यंजकों। तो 2 बारी एक्स है बच्चों, 2 बारी अपने को वाई आ गया, तो ये बन गया इहदा 13 2 बार एक्स 2 बार वाई तो 1 बारी Z। अगे बच्चों इस दे विच सब तो इंपोर्टेंट चीज़ जिहड़ी असीं याद रखनी है, और बच्चे जिहड़े क्वेश्चन हुण मैं तुहानूं दस रहा और तुहाडे कोल स्क्रीन ते भी आ रहे ने क्वेश्चन, ये विच ही आपां नूं एक एक नंबर च भी पूछे जा सकते हैं। संख्यात्मक गुणनखंड नूं पदां दे संख्यात्मक गुणांक कहा जाता है, भाव न्यूमेरिकल कोफिशिएंट की कहते हैं बच्चों संख्यात्मक गुणांक न्यूमेरिकल कोफिशिएंट। जिमें पहला अपन लिखा बच्चों 5 Z स्केयर वाई स्केयर, इसका अपन है की पता करना बच्चों न्यूमेरिकल कोफिशिएंट। तो न्यूमेरिकल कोफिशिएंट दे विच इहदा की बनेगा गुणांक 5। ठीक है बच्चों, हुण नैक्सट तुसीं दसो बाद च मैं लिखांगा कि इहदा की बनेगा। अपना सिर्फ न्यूमेरिकल ही वो करना है
ਨੂਮੈਰੀਕਲ ਦੇ ਵਿੱਚ ਜਿਹੜੀ ਨੂਮੈਰੀਕਲ ਵੈਲਿਊ ਹੈ ਬੱਚੋ, ਨੂਮੈਰੀਕਲ ਵੈਲਿਊ ਭਾਵ ਕਾਊਂਟਿੰਗ, ਉਹ ਲੈਣੀ ਹੈ ਆਪਾਂ ਨੇ। ਇਸ ਦੇ ਵਿੱਚ ਆ ਗਿਆ ਤੇ ਇਸ ਦੇ ਵਿੱਚ -13 ਆ ਗਿਆ। ਹੁਣ ਬੱਚੋ ਤੁਹਾਡੇ ਕੋਲੇ ਦੇਖੋ ਨੈਕਸਟ ਹੈ ਮੈਂ ਕੀ ਲਿਖਿਆ, Z² ਤੇ M²। ਹੁਣ ਬੱਚੇ ਇਹਦੇ ਨਾਲ ਨੂਮੈਰੀਕਲ ਕੋਫੀਸ਼ੀਐਂਟ ਤਾਂ ਕੋਈ ਨਹੀਂ ਲੱਗਿਆ, ਲੇਕਿਨ ਆਪਾਂ ਨੇ ਤਾਂ ਸੰਖਿਆਤਮਕ ਗੁਣਾਂਕ ਤਾਂ ਲਿਖਣਾ ਹੀ ਲਿਖਣਾ। ਤਾਂ ਭਾਵ ਜਿਹਦਾ ਨਾਂ ਲੱਗਿਆ ਹੋਵੇ ਬੱਚੋ, ਕੋਈ ਉਹਦਾ ਨਾਂ, ਤਾਂ ਉਸ ਨੂੰ ਆਪਾਂ ਕੀ ਲਿਖਦੇ ਹਾਂ, ਪਤਾ ਹੈ ਤੁਹਾਨੂੰ ਵੀ ਤੇ ਮੈਂ ਵੀ ਦੱਸ ਦਿੰਦਾ, ਕੀ ਲਿਖਾਂਗੇ 1। ਤਾਂ ਯਾਦ ਰਹੇਗਾ ਬੱਚੋ। ਨੈਕਸਟ -A² C³। ਤਾਂ ਇਹਦਾ ਕੀ ਬਣ ਜਾਏਗਾ ਬੱਚੋ, ਹੈ ਤਾਂ ਉੱਪਰਲੀ ਹੈ ਲੇਕਿਨ ਥੋੜਾ ਜਿਹਾ ਫਰਕ ਹੈ। ਉਹ ਫਰਕ ਕੀ ਹੈ ਤੁਹਾਨੂੰ ਵੀ ਪਤਾ ਤੇ ਮੈਂ ਲਿਖ ਵੀ ਦਿੰਦਾ। ਇਹਦਾ ਆਏਗਾ ਮਾਈਨਸ ਕਿੰਨਾ ਆਏਗਾ ਬੱਚੋ 1। ਹੁਣ ਜਿਹੜੇ ਨੈਕਸਟ ਬੱਚੋ ਰਹਿ ਗਏ ਇਹ ਤੁਸੀਂ ਆਪ ਪੂਰੇ ਕਰਨੇ ਨੇ, ਤੇ ਪੂਰੇ ਕਰਕੇ ਇਹ ਬੱਚੇ ਟੀਚਰ ਨੂੰ ਤੁਸੀਂ ਜ਼ਰੂਰ ਦਿਖਾਣੇ ਨੇ। ਨੋਟ ਵੀ ਤੁਸੀਂ ਕਰ ਸਕਦੇ ਹੋ। ਫਸਟ ਹੈਗਾ ਆਪਣੇ ਕੋਲੇ x² y³ z³। ਇਹ ਬੱਚੋ ਲਿਖਣ ਦੀ ਲੋੜ ਨਹੀਂ, ਸਿਰਫ ਤੁਸੀਂ ਕਾਪੀ ਤੇ ਉਹਦਾ ਗੁਣਾਕ ਲਿਖ ਦਿਓ, ਬਾਅਦ 'ਚ ਬੈਲ ਤੋਂ ਬਾਅਦ ਟੀਚਰ ਨੂੰ ਨੋਟ ਕਰਾ ਦਿਓ। ਤੇ -6m³ n² ਦਾ ਸੰਖਿਆਤਮਕ ਗੁਣਾਕ, ਸਿਰਫ ਗੁਣਾਕ ਲਿਖ ਲਓ ਬੱਚੋ, ਕੁਐਸਚਨ ਨਹੀਂ ਲਿਖਣ ਦੀ ਲੋੜ। ਤੇ -A³ B² ਤੇ C²। ਇਹਦਾ ਵੀ ਆਪਾਂ ਨੇ ਕੀ ਲਿਖਣਾ, ਨੂਮੈਰੀਕਲ ਕੋਫੀਸ਼ੀਐਂਟ। ਕੀ ਹੈ ਬੱਚੋ, ਨੂਮੈਰੀਕਲ ਕੋਫੀਸ਼ੀਐਂਟ। ਤਿੰਨਾਂ ਦਾ ਤੁਸੀਂ ਬੱਚੋ ਇਹ ਟੀਚਰਸ ਨੂੰ ਆਪਣੇ ਜ਼ਰੂਰ ਲਿਖ ਕੇ ਦਿਖਾਉਣਾ। ਵਿਆਪਕ ਰੂਪ ਦੇ ਵਿੱਚ ਗੁਣਾਕ। ਹੁਣ ਬੱਚੋ ਯਾਦ ਰੱਖਿਓ, ਮੈਂ ਜੋ ਤੁਹਾਨੂੰ ਪਹਿਲਾਂ ਦੱਸਿਆ ਉਹ ਹੈਗਾ ਨੂਮੈਰੀਕਲ ਕੋਫੀਸ਼ੀਐਂਟ, ਸੰਖਿਆਤਮਕ ਗੁਣਾਕ। ਵਿਆਪਕ ਰੂਪ ਵਿੱਚ ਗੁਣਾਕ ਸੰਖਿਆਤਮਕ ਗੁਣਨਖੰਡ ਜਾਂ ਬੀਜ ਗਣਿਤ ਗੁਣਨਖੰਡ ਜੋ 2 ਜਾਂ 2 ਤੋਂ ਵੱਧ ਗੁਣਨਖੰਡਾਂ ਦੇ ਗੁਣਨਫਲ ਹੋ ਸਕਦਾ ਹੈ। ਭਾਵ 2x² yz l², 2 ਜਾਂ 2 ਤੋਂ ਵੱਧ ਦਾ ਉਹ ਗੁਣਨਖੰਡ ਹੋਏਗਾ, ਉਸ ਨੂੰ ਬਾਕੀ ਗੁਣਨਖੰਡ ਦੇ ਗੁਣਨਫਲ ਦਾ ਗੁਣਾਕ ਕਿਹਾ ਜਾਂਦਾ ਹੈ। ਇਹ ਬੱਚੋ ਜਿੰਨੀ ਤੁਹਾਨੂੰ ਪੜ੍ਹਨ ਦੇ ਵਿੱਚ ਜਾਂ ਮੇਰੇ ਬੋਲਣ ਤੋਂ ਬਾਅਦ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਨਾ, ਜਦੋਂ ਮੈਂ ਇਹਦੇ ਐਗਜ਼ਾਮਪਲ ਲਵਾਂਗਾ ਤਾਂ ਤੁਹਾਨੂੰ ਆਪਣੇ ਆਪ ਹੀ ਆਸਾਨੀ ਨਾਲ ਯਾਦ ਹੋ ਜਾਏਗਾ। ਦੇਖੋ ਮੈਂ ਲਿਖਿਆ 5z² y²। ਇਹਦੇ ਵਿੱਚ ਆਪਾਂ ਨੇ 5 ਦਾ ਗੁਣਾਕ ਲਿਖਣਾ। ਇਹ ਬੱਚੋ ਮੈਂ ਲਿਖਿਆ -13 A² C²। ਇਹਦੇ ਵਿੱਚ A² ਦਾ ਗੁਣਾਕ ਲਿਖਣਾ ਤੇ ਇਹਦੇ ਵਿੱਚ M² ਦਾ ਗੁਣਾਕ ਲਿਖਣਾ। ਠੀਕ ਹੈ ਬੱਚੋ। ਹੁਣ ਮੈਂ ਦੁਬਾਰਾ ਪੜ੍ਹਦਾ, ਫਿਰ ਦੇਖਿਓ, ਫਿਰ ਕੁਐਸਚਨ ਕਰਦਾ ਮੈਂ ਕਿ ਜਿਸ ਨੂੰ ਬਾਕੀ ਗੁਣਨਖੰਡ ਦੇ ਗੁਣਨਫਲ ਦਾ ਗੁਣਾਕ ਕਿਹਾ ਜਾਂਦਾ ਹੈ। ਭਾਵ ਪਹਿਲੇ ਦੇ ਵਿੱਚ ਬੱਚੋ ਆਪਾਂ ਕੀ ਕੀਤਾ, 5 ਦਾ ਗੁਣਾਕ ਪੁੱਛਿਆ, ਤਾਂ ਤੁਸੀਂ ਬੱਚੋ ਇਸ ਦੇ ਵਿੱਚ 5 ਨੂੰ ਛੱਡ ਦਿਓ ਤੇ ਬਾਕੀ ਉਹਦੇ ਗੁਣਾਕ ਲਿਖ ਦਿਓ, z² y²। ਹੁਣ ਜਿਹੜੀ ਬੱਚੋ ਉੱਪਰ ਮੈਂ ਡੈਫੀਨੇਸ਼ਨ ਲਿਖੀ ਹੈ ਇਸ ਦੀ, ਸ਼ਾਇਦ ਉਹ ਤੁਹਾਨੂੰ ਹਜੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਆਈ, ਲੇਕਿਨ ਹੁਣ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਜਿਸ ਚੀਜ਼ ਦਾ ਆਪਾਂ ਨੂੰ ਗੁਣਾਕ ਪੁੱਛਿਆ ਉਹਦੇ ਬਾਕੀ ਗੁਣਨਖੰਡਾਂ ਦੇ ਗੁਣਨਫਲ ਦਾ ਗੁਣਾਕ ਕਿਹਾ ਜਾਂਦਾ ਹੈ। ਭਾਵ 5 ਹੈ ਜਿਹੜਾ ਉਹ z ਦੀ 2 ਤੇ y ਦੀ 2 ਦਾ ਗੁਣਾਕ ਹੈ। ਹੁਣ ਤੁਸੀਂ ਬੱਚੋ ਦੱਸੋ ਮੈਨੂੰ ਕਿ a ਦੀ 2 ਦਾ, ਠੀਕ ਹੈ ਬੱਚੋ, ਕੀ ਲਿਖਿਆ ਮੈਂ -13 A² C²। ਤਾਂ ਇਹਦੇ ਵਿੱਚ ਬੱਚੋ ਕਿਹਦਾ ਪੁੱਛਿਆ ਮੈਂ, A² ਦਾ। ਤਾਂ A² ਦਾ ਬੱਚੋ ਜਿਹੜਾ ਗੁਣਾਕ ਹੈ -13 C²। ਕਿਉਂ ਪੁੱਛਿਆ ਕਿਹਦਾ ਬੱਚੋ, A² ਦਾ। ਤਾਂ A² ਨੂੰ ਛੱਡ ਕੇ ਆਪਾਂ ਇਸ ਦੇ ਬਾਕੀ ਨੰਬਰਸ ਲਿਖ ਦਾਂਗੇ। ਨੈਕਸਟ ਲਾਸਟ ਹੈ ਇਹਦਾ ਬੱਚੋ ਜਿਹੜਾ z² M²। ਤਾਂ ਪੁੱਛੋ ਕਿਹਦਾ ਬੱਚੋ, ਆਪਾਂ ਦੱਸੋ ਜਰਾ, M² ਦਾ। ਇਹ ਤੁਸੀਂ ਆਪ ਵੀ ਦੱਸ ਸਕਦੇ ਹੋ ਕੀ ਹੋਏਗਾ, ਦੱਸੋ। ਹਾਂ ਬਿਲਕੁਲ ਠੀਕ ਹੈ, ਇਹਦਾ ਆ ਗਿਆ ਬੱਚੋ z²। ਤਾਂ ਇਸ ਦੇ ਵਿੱਚ ਔਰ ਬੱਚੋ ਨੂਮੈਰੀਕਲ ਕੋਫੀਸ਼ੀਐਂਟ ਦੇ ਵਿੱਚ ਫਰਕ ਹੈ, ਇਹ ਤੁਸੀਂ ਜ਼ਰੂਰ ਯਾਦ ਰੱਖਣਾ। ਨੈਕਸਟ, ਬਹੁਤ ਹੀ ਇਸ ਅਲਜੈਬਰਿਕ ਐਕਸਪ੍ਰੈਸ਼ਨ ਦਾ ਸਭ ਤੋਂ ਇੰਪੋਰਟੈਂਟ ਭਾਗ ਸਮਾਨ ਅਤੇ ਅਸਮਾਨ, ਲਾਈਕ ਐਂਡ ਅਨਲਾਈਕ। ਉਹ ਆਪਾਂ ਜ਼ਰੂਰ ਪਹਿਚਾਣ ਕਰਨੀ ਹੈ। ਕਿਸੇ ਵੀ ਅੱਖਰ ਦੀ ਬੱਚੋ ਤੁਸੀਂ ਐਡੀਸ਼ਨ ਕਰਨੀ ਹੈ ਜਾਂ ਕਿਸੇ ਦੀ ਤੁਸੀਂ ਸਬਟਰੈਕਸ਼ਨ ਕਰਨੀ ਹੈ ਤਾਂ ਉਹਦੇ ਵਿੱਚ ਇਹ 2 ਚੀਜ਼ਾਂ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਗੈਰ ਆਪਾਂ ਬੱਚੋ ਕੁਛ ਨਹੀਂ ਕਰ ਸਕਦੇ, ਨਾ ਹੀ ਆਪਣਾ ਕੋਈ ਕੁਐਸਚਨ ਹੋਏਗਾ, ਕਿਉਂਕਿ ਆਪਾਂ ਲਿਖ ਹੀ ਨਹੀਂ ਸਕਦੇ ਕਿ ਕਿਹੜਾ ਸਮਾਨ ਹੈ ਅਤੇ ਕਿਹੜਾ ਅਸਮਾਨ ਹੈ, ਕਿਉਂਕਿ ਸਮਾਨ ਪਦ ਨੂੰ ਸਮਾਨ ਪਦ ਦੇ ਥੱਲੇ ਹੀ ਲਿਖਾਂਗੇ ਆਪਾਂ। ਜਿਵੇਂ
ध्यान नाल देखना बच्चों, ये मैं लिखिया 7x² y ते दूसरे पासे बच्चों मैं लिखिया 15y(x²। कि ये समान ਹਨ या असमान ਹਨ? ये बच्चों समान पद ने, लाइक टर्म। की कहने समान पद ਨੂੰ ਲਾਈਕ ਟਰਮ, ਭਾਵ ਆਪਾਂ ਨੇ ਇਹਦੇ ਚ ਨੂਮੈਰੀਕਲ ਵੈਲਿਊ ਨਹੀਂ ਬੱਚੋ ਦੇਖਣੀ। ਨੂਮੈਰੀਕਲ ਵੈਲਿਊ ਦੇ ਵੱਲ ਨਹੀਂ ਜਾਣਾ ਬੱਚੋ, ਆਪਾਂ ਨੇ ਅਲਜੈਬਰਿਕ ਅੱਖਰ ਇਹਦੇ ਦੇਖਣੇ ਨੇ ਕੀ ਉਹ ਬਰਾਬਰ ਨੇ। ਫਸਟ ਦੇ ਵਿੱਚ ਬੱਚੋ x² ਆਇਆ, ਸੈਕਿੰਡ ਦੇ ਵਿੱਚ ਵੀ x² ਆਇਆ, ਫਸਟ ਦੇ ਵਿੱਚ y ਆ ਗਿਆ, ਸੈਕਿੰਡ ਦੇ ਵਿੱਚ ਵੀ y ਆ ਗਿਆ। ਤੇ ਫਰਕ ਕੀ ਹੈ ਇਹਦੇ ਵਿੱਚ ਕਿ ਫਸਟ ਦੇ ਵਿੱਚ x² ਆਪਣੇ ਕੋਲੇ ਪਹਿਲਾਂ ਆਇਆ ਹੋਇਆ ਤੇ ਸੈਕਿੰਡ ਦੇ ਵਿੱਚੋਂ ਇਸ ਦਾ ਕੋਈ ਫਰਕ ਨਹੀਂ ਪਏਗਾ ਬੱਚੋ। ਜੋ ਅਲਜੈਬਰਿਕ ਨੰਬਰ ਆਪਣੇ ਕੋਲੇ ਪਹਿਲੇ ਚ ਨੇ ਉਹੀ ਦੂਜੇ ਚ ਨੇ। ਤਾਂ ਇੱਕ ਹੋਰ ਐਗਜ਼ਾਮਪਲ ਇਸ ਦੀ ਮੈਂ ਲਿਖ ਰਿਹਾ ਥੱਲੇ, ਦੇਖੋ 6ab ਅਤੇ 11ba, ਤਾਂ ਬੱਚੇ ਵੀ ਬਰਾਬਰ ਨੇ ਕਿਉਂਕਿ ਪਹਿਲੇ ਚ ਕੀ ਹੈ a ਤੇ b ਤੇ a। ਭਾਵ ਹੁਣ ਜੇ ਬੱਚੋ a ਤੇ b ਹੈ ਔਰ b ਤੇ a, ਤੁਹਾਨੂੰ ਇਹ ਲੱਗ ਰਿਹਾ ਵੀ ਸ਼ਾਇਦ ਇਹ ਅਨਲਾਈਕ ਹੋਣ। ਨੋ, ਹੁਣ ਜਿਵੇਂ ਆਪਾਂ ਬੱਚੋ 5 ਦੀ 2 ਨਾਲ ਗੁਣਾ ਕਰਨੀ ਹੈ ਤਾਂ ਕਿੰਨੀ ਬਣਦੀ ਹੈ 10, ਤੇ 2 ਦੀ 5 ਨਾਲ ਗੁਣਾ ਕਰਾਂਗੇ ਤਾਂ ਵੀ ਕਿੰਨੀ ਬਣੇਗੀ 10। ਨੈਕਸਟ ਹੈ ਬੱਚੋ 12m² n³। ਦੂਸਰਾ ਹੈਗਾ 13n³ m²। ਇਹ ਵੀ ਕੀ ਨੇ ਸਮਾਨ ਪਦ। ਤਾਂ ਪਤਾ ਲੱਗ ਗਿਆ ਬੱਚੋ ਸਮਾਨ ਪਦ ਕੀ ਹੁੰਦੇ ਨੇ, ਲਾਈਕ ਟਰਮ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਆਪਾਂ ਬੱਚੋ ਆਨੇ ਆ ਇੱਕ ਹੋਰ ਹੈ ਬੱਚੋ, ਇਹ ਵੀ ਦੇਖ ਲਓ ਧਿਆਨ ਨਾਲ। ਇਹਦੇ ਵਿੱਚ ਮੈਂ ਅਲਜੈਬਰਿਕ ਦੇ 3 ਅੱਖਰ ਪਾਏ ਨੇ ਔਰ ਇਹ ਵੀ ਕੀ ਹੈ ਲਾਈਕ ਟਰਮ। ਹੁਣ ਹੈ ਬੱਚੋ ਅਸਮਾਨ, ਅਨਲਾਈਕ ਟਰਮ। ਦੋ ਪਦਾਂ ਦੇ ਬੀਜਗਣਿਤਕ ਪਦਾਂ ਦੇ ਗੁਣਨਖੰਡ ਇੱਕੋ ਜਿਹੇ ਨਾ ਹੋਣ ਤਾਂ ਪਦ ਅਸਮਾਨ ਪਦ ਕਹਾਉਂਦੇ, ਭਾਵ ਅਨਲਾਈਕ ਟਰਮ। ਇਹਦੀ ਐਗਜ਼ਾਮਪਲ ਦੇਖੋ ਬੱਚੋ 7x² y ਅਤੇ 15z(x²। देखो x² भी आ रहा है, x² भी आ रहा, लेकिन पहले च की आ गया बच्चों y तो दूजे च की आ गया z। तो एक की हो गया बच्चों अनलाइक टर्म, असमान पद। इन्हां दा जोड़ नहीं हो सकता बच्चों। 6ab और 6bc। हुण तुहानूं ये लग रहा है कि न्यूमैरिकल वैल्यू भी इहदी बराबर है। आपां बच्चों न्यूमैरिकल वैल्यू नहीं देखनी, अपने अल्जैबरिक नंबरस देखने ने कि वो बराबर ने। जो साडे फस्ट दे विच ने वो सैकेंड दे विच हैगे ने, ਤਾਂ ਆਪਾਂ ਨੂੰ ਲਿਖਾਂਗੇ ਕਿ ਇਹ ਲਾਈਕ ਟਰਮ ਹੈ, ਅਦਰਵਾਈਜ਼ ਉਹ ਅਨਲਾਈਕ ਟਰਮ। ਅੱਗੇ 12m² n³, 13p³ m²। ਬਿਲਕੁਲ ਨਹੀਂ ਹੈਗਾ ਬੱਚੋ, ਇਹ ਵੀ ਅਨਲਾਈਕ ਟਰਮ ਹੈ। ਇਹ ਦੇਖੋ 8m³ n² x ਐਂਡ 10p n² m³। ਇਹ ਵੀ ਤੁਹਾਡੀ ਅਨਲਾਈਕ ਹੈ, ਲਾਈਕ ਟਰਮ ਨਹੀਂ ਹੈਗੀ। ਹੁਣ ਇੱਕ ਹੋਰ ਬੱਚੋ ਇਸ ਦੇ ਵਿੱਚ ਤੁਹਾਨੂੰ ਕੁਐਸਚਨ ਆਮ ਤੌਰ ਤੇ 1 ਨੰਬਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਟਰਮ ਇੱਕ ਪਦ, ਦੋ ਪਦੀ, ਤਿੰਨ ਪਦੀ ਔਰ ਬਹੁਪਦੀ ਵਿਅੰਜਕ। ਇੱਕ ਪਦੀ ਦਾ ਬੱਚੋ ਉਹ ਹੈ ਜਿਹਦੇ ਵਿੱਚ ਵਿਅੰਜਕ ਸਿਰਫ ਇੱਕ ਪਦ ਦਾ ਹੁੰਦਾ ਹੈ। ਐਗਜ਼ਾਮਪਲ ਇਹ ਹੈ ਬੱਚੋ 7x² y 6ab। ਹੁਣ ਇਹ ਬੱਚੇ ਇਹਦੇ ਨੂੰ ਦੇਖਣਾ ਕਿ ਸਰ ਜੀ ਇਸ ਦੇ ਵਿੱਚ ਤਾਂ ਅੱਖਰ 3 ਆ ਗਏ, 7 ਵੀ ਆ ਗਿਆ, x² ਵੀ ਆ ਗਿਆ, y ਵੀ ਆ ਗਿਆ। ਨੋ, ਇਹਨਾਂ ਦੇ ਵਿਚਕਾਰ ਪਲੱਸ ਜਾਂ ਮਾਈਨਸ ਦਾ ਕੋਈ ਨਿਸ਼ਾਨ ਨਾ ਹੋਵੇ। 6ab ਇਹ ਬੱਚੋ ਹੈਗਾ ਇੱਕ ਪਦ। ਸੈਕਿੰਡ 7x² y + 6 6ab + 11 ਇਹ ਆ ਗਿਆ ਦੋ ਪਦ, ਇਹਦੇ ਵਿੱਚ ਦੋ ਆ ਗਏ। ਔਰ ਨੈਕਸਟ ਤਿੰਨ ਪਦੀ, ਤਾਂ ਨਾਂ ਤੋਂ ਹੀ ਪਤਾ ਲੱਗ ਰਿਹਾ 7x² + 6z + 5। ਇਹਦੇ ਵਿੱਚ ਕਿੰਨੇ ਪਦ ਆਏ ਆ ਬੱਚੋ? 3। ਇੱਕ ਪਦ ਬੱਚੋ ਇਸ ਦੇ ਵਿੱਚ ਆ ਗਿਆ 7x² y ਦਾ, ਦੂਜਾ 6z ਦਾ ਤੇ ਤੀਸਰਾ 5 ਦਾ। ਤਾਂ ਇਸ ਨੂੰ ਆਪਾਂ ਤਿੰਨ ਪਦੀ ਕਹਾਂਗੇ। ਇਹ ਵੀ ਤਿੰਨ ਪਦ ਹੈ, ਤਿੰਨ ਬਣੇ ਹੋਏ ਨੇ ਅਲੱਗ-ਅਲੱਗ ਬੱਚੋ ਇਸ ਦੇ। ਔਰ ਇਹ ਦੇਖੋ ਬੱਚੋ ਲਾਸਟ ਦੇ ਵਿੱਚ ਬਹੁਪਦੀ ਵਿਅੰਜਕ ਜਿਨ੍ਹਾਂ ਦੇ ਵਿੱਚ 3 ਤੋਂ ਵੱਧ ਪਦ ਹੋ ਸਕਦੇ, ਉਹਨੂੰ ਬਹੁਪਦੀ ਵਿਅੰਜਕ ਕਹਿੰਦੇ ਨੇ। ਤੈਨੂੰ ਤਾਂ ਆਪਾਂ ਬੱਚੇ ਇੱਕ ਨਾਂ ਦੇਤਾ ਕਿ ਤਿੰਨ ਪਦੀ, ਤਿੰਨ ਪਦ ਨੇ ਉਸਦੇ, ਲੇਕਿਨ ਇਸ ਤੋਂ ਬਾਅਦ ਉਹ ਬੱਚੇ 4 ਵੀ ਹੋ ਸਕਦੇ ਨੇ, 5 ਵੀ ਹੋ ਸਕਦੇ ਨੇ, ਇਸ ਤੋਂ ਵੱਧ ਵੀ ਹੋ ਸਕਦੇ ਨੇ। ਤਾਂ ਉਹਨਾਂ ਨੂੰ ਆਪਾਂ ਕਹਿੰਦੇ ਬਹੁਪਦੀ ਵਿਅੰਜਕ ਜਿਸ ਦੇ ਵਿੱਚ 3 ਤੋਂ ਵੱਧ ਪਦ ਹੁੰਦੇ ਹਨ। ਇਹ ਵੀ ਵਿੱਚੋਂ ਦੇਖੋ ਇਸ ਦੇ ਵੀ 4 ਨੇ।
ਹੁਣ ਇਹ ਸਵਾਲ ਬੱਚੋ ਤੁਸੀਂ ਮੈਂ ਕੁਐਸਚਨ ਬੋਲ ਰਿਹਾ, ਕਾਪੀ ਦੇ ਉੱਤੇ ਤੁਸੀਂ ਆਪ ਲਿਖ ਕੇ ਟੀਚਰ ਨੂੰ ਚੈੱਕ ਕਰਾ ਦਿਓ। ਜਵਾਬ ਦੇਣਾ ਹੈ ਕਿ ਜਿਹੜਾ ਪਹਿਲਾ ਮੈਂ ਲਿਖਿਆ ਇਹਦੇ ਵਿੱਚ ਮੈਂ ਲਿਖਿਆ 4x ਮਾਈਨਸ 7y, ਕਿ ਇਹ ਕੀ ਹੈ, ਇੱਕ ਪਦੀ ਹੈ, ਦੋ ਪਦੀ ਹੈ, ਤਿੰਨ ਪਦੀ ਹੈ ਜਾਂ ਬਹੁਪਦੀ ਵਿਅੰਜਕ ਹੈ। ਰਕਮ ਨਹੀਂ ਲਿਖਣੀ ਬੱਚੋ, ਸਿਰਫ ਇਹਦਾ ਇੱਕ ਪਾ ਕੇ ਅੱਗੇ ਆਪਣੀ ਕਾਪੀ ਤੇ ਆਨਸਰ ਪਾ ਲਓ। ਤਾਂ ਫਸਟ ਦਾ 4x ਮਾਈਨਸ 7y ਲਿਖਣਾ ਬੱਚੋ, ਲਿਖ ਲਓ ਇਹ ਇੱਕ ਪਦੀ ਹੈ ਕਿ ਦੋ ਪਦੀ ਹੈ। ਨੈਕਸਟ 10a ਸਕੁਅਰ bc, ਇਹਦਾ ਵੀ ਲਿਖੋ ਬੱਚੋ ਕਿਹੜੀ ਹੈ ਇਹ। ਫਿਰ ਤੀਜੇ ਦਾ ਦੱਸੋ a ਸਕੁਅਰ ਪਲੱਸ b ਸਕੁਅਰ ਪਲੱਸ c ਸਕੁਅਰ ਪਲੱਸ 3abc, ਇਹਦਾ ਵੀ ਲਿਖੋ। ਉਸ ਤੋਂ ਬਾਅਦ ਚੌਥਾ a ਸਕੁਅਰ ਪਲੱਸ b ਸਕੁਅਰ ਪਲੱਸ 2ab, ਇਹਦਾ ਵੀ ਲਿਖਣਾ ਤੁਸੀਂ। ਇਹ ਕਿੰਨੇ ਪਦੀ ਹੈ, ਇੱਕ ਪਦ ਹੈ, ਦੋ ਪਦ ਹੈ, ਤਿੰਨ ਪਦ ਹੈ ਜਾਂ ਬਹੁਪਦੀ ਵਿਅੰਜਕ ਹੈ। ਸਿਰਫ ਬੱਚੇ ਤੁਸੀਂ ਆਨਸਰ ਲਿਖ ਲਓ ਆਪਣੀ ਕਾਪੀ ਤੇ ਬਾਅਦ ਚ ਕਲਾਸ ਜਾ ਕੇ ਟੀਚਰ ਨੂੰ ਜ਼ਰੂਰ ਚੈੱਕ ਕਰਾਓ। ਨੈਕਸਟ ਪੰਜਵੇਂ ਦਾ ਵੀ ਤੁਸੀਂ ਲਿਖਣਾ ਵੀ ਇਹ ਕੀ ਹੈ। ਠੀਕ ਹੈ ਬੱਚੋ, ਲਿਖ ਲਏ। ਹੁਣ ਆਪਾਂ ਨੈਕਸਟ ਉਸ 'ਤੇ ਚੱਲਦੇ ਹਾਂ, ਜੋੜ ਅਤੇ ਘਟਾਓ। ਹੁਣ ਇਹ ਜੋੜ ਅਤੇ ਘਟਾਓ ਵਿੱਚ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਦੱਸਤੀਆਂ, ਸਭ ਤੋਂ ਵੱਧ ਵਰਤੋਂ ਵਿੱਚ ਇਹਦੇ ਵਿੱਚ ਹੋਣੀਆਂ ਲਾਈਕ ਅਤੇ ਅਨਲਾਈਕ ਟਰਮ। ਬਾਕੀ ਇੱਕ ਪਦ, ਦੋ ਪਦ, ਤਿੰਨ ਪਦ ਇਹ ਵੀ ਨਾਲ ਨਾਲ ਵਰਤੀਆਂ ਜਾਣਗੀਆਂ। ਹੁਣ ਬੱਚੇ ਦੇ ਵਿੱਚ ਪਹਿਲਾ ਕੁਐਸਚਨ ਜੋ ਮੈਂ ਲਿਖਿਆ ਉਹਦੇ ਵਿੱਚ ਤਿੰਨ ਪਦ ਨੇ ਅਤੇ ਦੂਜੇ ਦੇ ਵਿੱਚ ਬੱਚੋ ਦੋ ਨੇ। ਇਹ ਨਹੀਂ ਕਿ ਇਹਨਾਂ ਦਾ ਜੋੜ ਨਹੀਂ ਹੋ ਸਕਦਾ ਬੱਚੋ, ਜੋੜ ਹੋਏਗਾ ਇਹਨਾਂ ਦਾ। ਤਾਂ ਜੋੜ ਦਾ ਕੀ ਆਸਾਨ ਤਰੀਕਾ ਜਾਂ ਮਾਈਨਸ ਕਰਨ ਦਾ, ਤਾਂ ਪਹਿਲਾਂ ਆਪਾਂ ਬੱਚੋ ਇਸ ਦੇ ਵਿੱਚ ਜਿਹੜਾ ਪਹਿਲਾ ਵਿਅੰਜਕ ਹੈ ਉਹਦੀਆਂ ਚਾਹੇ ਉਹ ਇੱਕ ਪਦੀ ਹੈ, ਦੋ ਹੈ, ਤਿੰਨ ਹੈ ਜਾਂ ਬਹੁਪਦੀ ਵਿਅੰਜਕ ਹੈ, ਉਹ ਆਪਾਂ ਸਾਰਾ ਲਿਖ ਲਾਂਗੇ। ਆਪ ਅਸੀਂ ਕੀ ਲਿਖਿਆ 7x ਸਕੁਅਰ ਮਾਈਨਸ 4x ਪਲੱਸ 5 ਲਿਖ ਲਿਆ ਬੱਚੋ, ਇਹ ਕਾਪੀ ਤੇ ਦੇਖ ਲਿਆ ਤੁਸੀਂ। ਤਾਂ ਨੈਕਸਟ ਦੂਜੇ ਵਿਅੰਜਕ ਦੇ ਵਿੱਚੋਂ ਬੱਚੋ ਮੈਂ ਲੈਣਾ 9x। ਹੁਣ ਤੁਸੀਂ ਦੱਸਣਾ ਬੱਚੋ ਕਿ 9x ਦਾ ਲਾਈਕ ਟਰਮ ਭਾਵ ਸਮਾਨ ਪਦ ਕਿਹੜਾ ਹੈ ਉੱਪਰਲਿਆਂ ਦੇ ਵਿੱਚੋਂ। ਕਿਆ 7x ਸਕੁਅਰ ਦੀ 2 ਹੋ ਸਕਦਾ? ਨਹੀਂ ਹੋ ਸਕਦਾ। ਤਾਂ ਕਿਹੜਾ ਹੋਏਗਾ ਬੱਚੋ 4x। ਤਾਂ ਆਪਾਂ ਨੇ 9x ਨੂੰ ਕਿੱਥੇ ਲਿਖਣਾ, 4x ਦੇ ਹੇਠਾਂ ਲਿਖਣਾ। ਫਿਰ ਬੱਚੋ ਆਪਣੇ ਕੋਲ ਹੈਗਾ -10। ਨਿਸ਼ਾਨ ਦਾ ਜ਼ਰੂਰ ਬੱਚੋ ਧਿਆਨ ਰੱਖਿਓ। ਕੱਲਾ ਆਪਾਂ ਨੇ ਨੰਬਰ ਚਾਹੇ ਉਹ ਨੂਮੈਰੀਕਲ ਵੈਲਿਊ ਹੈ ਚਾਹੇ ਅਲਜੈਬਰਿਕ ਹੈ, ਉਹਦਾ ਆਪਾਂ ਨਿਸ਼ਾਨ ਜ਼ਰੂਰ ਨਾਲ ਲਿਖਣਾ। ਅਗਰ ਪਲੱਸ ਹੈ ਤਾਂ ਪਲੱਸ ਲਿਖ ਦਿਓ, ਅਗਰ ਮਾਈਨਸ ਹੈ ਤਾਂ ਮਾਈਨਸ ਲਿਖ ਦਿਓ। ਹੁਣ ਜਿਹੜਾ 10 ਦਾ ਬੱਚੋ ਨਿਸ਼ਾਨ ਹੈ ਉਹ ਹੈਗਾ ਮਾਈਨਸ, ਤਾਂ ਮਾਈਨਸ ਹੋ ਗਿਆ। ਹੁਣ ਆਪਾਂ ਕੀ ਕਰਨਾ ਬੱਚੇ, ਇਹਨਾਂ ਦਾ ਲਿਖਿਆ ਉੱਪਰ ਮੈਂ ਦਾ ਜੋੜ ਕਰੋ। ਹੁਣ ਬੱਚੋ 7x ਸਕੁਅਰ ਦੇ ਥੱਲੇ ਕੋਈ ਵੀ ਰਕਮ ਨਹੀਂ ਆਈ ਆਪਣੇ ਕੋਲੇ, ਤਾਂ 7x ਸਕੁਅਰ ਦਾ 7x ਸਕੁਅਰ ਆ ਜਾਏਗਾ ਬੱਚੋ। ਹੁਣ ਸੈਕਿੰਡ ਦੇ ਵਿੱਚ ਕੀ ਹੈ ਬੱਚੋ, ਦੇਖੋ ਧਿਆਨ ਨਾਲ -4x ਤੇ 9x ਦਾ ਬੱਚੋ ਕੀ ਨਿਸ਼ਾਨ ਹੈ, ਪਲੱਸ। ਇਹ ਪਤਾ ਆਪਾਂ ਨੂੰ, ਅੰਡਰਸਟੈਂਡ ਹੈ ਕਿ ਜੇ ਕਿਸੇ ਵੀ ਨੰਬਰ ਤੋਂ ਪਹਿਲਾਂ ਕੋਈ ਨਿਸ਼ਾਨ ਨਾ ਲੱਗਿਆ ਹੋਵੇ ਤਾਂ ਕਾਹਦਾ ਹੁੰਦਾ, ਪਲੱਸ ਦਾ। ਹੁਣ ਲਾਈਕ ਟਰਮ ਨੇ ਇਹ ਦੋਨੇ, ਇਹ ਜੁੜ ਵੀ ਸਕਦੀਆਂ ਨੇ ਘਟ ਵੀ ਸਕਦੀਆਂ ਨੇ ਨਿਸ਼ਾਨ ਦੇ ਮੁਤਾਬਕ। ਹੁਣ 9 ਦਾ ਬੱਚੋ ਨਿਸ਼ਾਨ ਹੈਗਾ ਆਪਣੇ ਕੋਲੇ ਪਲੱਸ ਤੇ 4 ਦਾ ਕੀ ਹੈ ਮਾਈਨਸ, ਤਾਂ ਇਹ ਬੱਚੋ ਘਟਣਗੇ। ਆਪਾਂ 9 ਦੇ ਵਿੱਚ 4 ਘਟਾ ਦੇਣੇ ਨੇ ਤੇ ਨਿਸ਼ਾਨ ਕਿਹੜੇ ਵਾਲਾ ਲੱਗੇਗਾ, ਵੱਡੇ ਵਾਲਾ। ਤਾਂ ਵੱਡਾ ਕਿਹੜਾ ਨੰਬਰ ਹੈ ਆਪਣੇ ਕੋਲੇ 9। 9 ਦਾ ਜਿਹੜਾ ਬੱਚੋ ਆਪਣੇ ਕੋਲੇ ਨਿਸ਼ਾਨ ਹੈਗਾ ਉਹ ਹੈਗਾ ਪਲੱਸ, ਤਾਂ 5x ਬਚ ਗਿਆ। ਨੈਕਸਟ ਬੱਚੋ ਜਿਹੜਾ 5 ਤੇ -10, ਤਾਂ ਇਹਦੇ ਵਿੱਚ 10 ਦੇ ਵਿੱਚ ਆਪਾਂ 5 ਘਟਾਵਾਂਗੇ ਕਿਉਂਕਿ ਇਹਨਾਂ ਦੇ ਨਿਸ਼ਾਨ ਨੇ ਜਿਹੜੇ ਉਲਟ ਨੇ। ਉਲਟ ਨਿਸ਼ਾਨ ਹਮੇਸ਼ਾ ਬੱਚੋ ਘਟਦੇ ਨੇ ਔਰ ਸੇਮ ਨਿਸ਼ਾਨ ਨੇ ਜਿਹੜੇ ਚਾਹੇ ਪਲੱਸ ਦੇ ਹੋਣ ਚਾਹੇ ਮਾਈਨਸ ਦੇ ਹੋਣ ਉਹ ਜੁੜਦੇ ਨੇ। ਤਾਂ 5 ਆ ਗਿਆ, 5 ਦੇ ਨਾਲ ਬੱਚੋ ਲੱਗ ਗਿਆ ਮਾਈਨਸ। ਇਹ ਸੀਗਾ ਬੱਚੋ ਆਪਣੇ ਕੋਲੇ 2 ਦਾ। ਹੁਣ ਆਪਾਂ ਇਸੇ ਤਰ੍ਹਾਂ 3 ਦਾ ਵਿਅੰਜਕਾਂ ਦਾ ਆਪਾਂ ਜੋੜ ਕਰਨਾ, ਜਿਹਦੇ ਵਿੱਚ ਦੇਖੋ ਰਕਮ ਮੈਂ ਪਹਿਲੇ ਬੱਚੋ ਲਈ ਹੈ 7xy, ਫਿਰ ਲਿਆ +5z -3zx, ਸੈਕਿੰਡ 4yz +9zx -4y, ਐਂਡ ਥਰਡ -3xz +5x -2xy। ਤਾਂ ਇਹਦੇ ਵਿੱਚੋਂ ਬੱਚੋ ਮੈਂ ਪਹਿਲਾਂ ਕਿਹੜੀ ਲਿਖਾਂਗਾ, ਤੁਹਾਨੂੰ ਉੱਪਰ ਦੱਸਿਆ ਸੀਗਾ ਮੈਂ। ਫਸਟ ਵਿਅੰਜਕ ਨੂੰ ਮੈਂ ਪਹਿਲਾਂ ਲਿਖਾਂਗਾ 7xy +5yz
-3z। ਹੁਣ दूसरे ਦੇ ਵਿੱਚੋਂ ਬੱਚੋ ਮੈਂ ਪਹਿਲਾ ਨੰਬਰ ਲਿਆ 4yz। ਇਹਦੀ ਮੈਂ ਹੁਣ ਲਾਈਕ ਟਰਮ ਦੇਖਾਂਗਾ ਕਿਹੜੀ ਹੈ, ਉਸ ਦੇ ਥੱਲੇ ਲਿਖਾਂਗਾ ਇਸ ਨੂੰ। ਤੇ ਲਾਈਕ ਟਰਮ ਹੈਗੀ ਹੈ ਬੱਚੋ ਇਹਦੀ 5yz। ਤਾਂ 4yz ਬੱਚੋ ਆ ਜਾਏਗਾ 5yz ਦੇ ਹੇਠ। ਨੈਕਸਟ ਹੈ ਬੱਚੋ ਪਲੱਸ 9zx। ਹੁਣ zx ਦੀ ਜਿਹੜੀ ਲਾਈਕ ਟਰਮ ਹੈ ਉਹ ਬੱਚੋ ਹੈਗੀ ਹੈ ਉੱਪਰ -3zx। ਤਾਂ ਇਹ ਪਲੱਸ ਦਾ ਹੋ ਜਾਏਗਾ। ਨੈਕਸਟ ਹੈ ਬੱਚੋ, ਹੁਣ ਦੇਖੋ ਇਸ ਦੇ ਵਿੱਚ ਬੱਚੋ ਇੱਕ ਨਵੀਂ ਚੀਜ਼ ਜਿਹੜੀ ਹੈਗੀ ਆ ਉੱਪਰਲੇ ਸਵਾਲ ਤੇ ਹੇਠਲੇ ਦੇ ਵਿੱਚ। ਨੈਕਸਟ ਇਹਦਾ ਬੱਚੋ ਜਿਹੜਾ ਮੈਂ ਵਿਅੰਜਕ ਲਿਖਿਆ ਉਹ ਹੈਗਾ -4y। ਹੁਣ ਬੱਚੋ 4y ਹੈ ਜਿਹੜਾ ਉਹ ਉੱਪਰ ਆਪਣੇ ਕੋਲੇ ਨਹੀਂ ਹੈਗਾ, ਫਸਟ ਵਿਅੰਜਕ ਦੇ ਵਿੱਚ ਨਹੀਂ ਹੈਗਾ। ਇਹਦਾ ਭਾਵ ਇਹ ਕਿ ਆਪਾਂ ਨਹੀਂ ਲਿਖਣਾ, ਲਿਖਾਂਗੇ ਬੱਚੋ ਇਸ ਨੂੰ ਆਪਾਂ ਇਸ ਤੋਂ ਬਾਹਰ ਲਿਖਾਂਗੇ, ਉਹ ਕਿਸੇ ਦੇ ਥੱਲੇ ਨਹੀਂ ਆਏਗਾ। ਹੁਣ ਥਰਡ ਦੇ ਵਿੱਚ ਅਸੀਂ ਦੇਖਦੇ ਹਾਂ। ਥਰਡ ਦੇ ਵਿੱਚ ਬੱਚੋ ਇੱਕ ਤਾਂ ਮਾਈਨਸ ਆਪਣੇ ਕੋਲੇ, ਉਹ ਲਿਖਣੀ ਆ ਆਪਾਂ ਨੇ। ਆਪਣੇ ਕੋਲ ਥਰਡ ਦੇ ਵਿੱਚ ਬੱਚੋ ਪਹਿਲਾ ਹੈਗਾ 3xz। ਹੁਣ 3xz ਬੱਚੋ ਆਪਾਂ xz ਦੀ ਲਾਈਕ ਟਰਮ ਹੈਗੀ ਆ 9zx ਵਾਲੀ, ਤਾਂ ਇਹਨੂੰ ਥੱਲੇ ਲਿਖਾਂਗੇ ਇਸ ਦੇ -3xz। ਫਿਰ ਬੱਚੋ ਆਪਾਂ ਲੈਣੀ ਹੈ +5x। ਹੁਣ ਬੱਚੋ 5x ਤਾਂ ਉੱਪਰ ਕਿਤੇ ਵੀ ਨਹੀਂ ਹੈਗਾ, ਨਾ ਤਾਂ ਉਹ ਪਹਿਲੇ ਵਿਅੰਜਕ ਦੇ ਵਿੱਚ ਹੈ ਨਾ ਉਹ ਦੂਜੇ ਦੇ ਵਿੱਚ ਹੈ। ਤਾਂ ਆਪਾਂ ਉਸ ਨੂੰ ਵੀ ਕੀ ਕਰਾਂਗੇ, ਆਪਣੀ ਇਸ ਤੋਂ ਬਾਹਰ ਲਿਖਾਂਗੇ +5x। ਨੈਕਸਟ ਹੈ ਬੱਚੋ ਆਪਣੇ ਕੋਲ -2xy। ਹੁਣ 2xy ਦੀ ਲਾਈਕ ਟਰਮ ਕਿਹੜੀ ਹੈ, ਸੈਕਿੰਡ ਦੇ ਵਿੱਚ ਤਾਂ ਹੈ ਨਹੀਂ, ਤਾਂ ਉਹ ਕਿਹਦੇ 'ਚ ਆ ਗਈ, ਫਸਟ 'ਚ ਆ ਗਈ। ਤਾਂ ਉਹਨੂੰ ਫਸਟ ਦੇ ਥੱਲੇ। ਇਹ ਕੋਈ ਜ਼ਰੂਰੀ ਨਹੀਂ ਬੱਚੋ ਕਿ ਦੂਸਰੀ ਜਿਹੜੀ ਸਾਡੀਆਂ ਟਰਮਾਂ ਨੇ ਉਹਦੇ ਬਿਲਕੁਲ ਥੱਲੇ ਆਉਣ, ਨਹੀਂ, ਇਹ ਥਰਡ 'ਚ ਵੀ ਜਾ ਕੇ ਆ ਸਕਦੀਆਂ ਨੇ। ਜਿਵੇਂ ਆਪਣੇ ਕੋਲੇ ਹੁਣ 2xy ਹੈ, ਉਹ ਸੈਕਿੰਡ 'ਚ ਨਹੀਂ ਆਇਆ, ਥਰਡ 'ਚ ਆਏਗਾ, ਤਾਂ ਉਹਨੂੰ ਥਰਡ 'ਚ ਵੀ ਉਹਦੀ ਲਾਈਕ ਟਰਮ ਭਾਵ ਸਮਾਨ ਪਦ ਦੇ ਥੱਲੇ ਲਿਖਣਾ। ਤਾਂ ਇਹ ਹੈਗਾ -2xy। ਫਿਰ ਅਸੀਂ ਇਹਨਾਂ ਦੇ ਨੂਮੈਰੀਕਲ ਵੈਲਿਊਜ਼ ਦਾ ਪਲੱਸ ਮਾਈਨਸ ਕਰ ਲੈਂਦੇ ਹਾਂ ਨਿਸ਼ਾਨ ਦੇ ਮੁਤਾਬਕ। ਤਾਂ ਬੱਚੋ ਪਹਿਲੇ ਦੇ ਵਿੱਚ ਜਿਹੜਾ 7 ਦਾ ਨਿਸ਼ਾਨ ਹੈ ਉਹ ਹੈਗਾ ਆਪਣੇ ਕੋਲੇ ਪਲੱਸ, 2 ਦਾ ਹੈਗਾ ਮਾਈਨਸ, ਤਾਂ ਇਹ ਮਾਈਨਸ ਹੋ ਗਿਆ, 5 ਬਚ ਗਿਆ। ਸੈਕਿੰਡ ਦੇ ਵਿੱਚ ਬੱਚੋ 5yz ਔਰ 4z, ਇਹਨਾਂ ਦੋਨਾਂ ਦਾ ਪਲੱਸ ਹੈ 9z। ਹੁਣ ਥਰਡ ਦੇ ਵਿੱਚ ਦੇਖੋ ਬੱਚੋ, ਥਰਡ ਦੇ ਵਿੱਚ ਇੱਕ ਚੀਜ਼ ਜਿਹੜੀ ਆਈ ਹੈ, ਇਹਦੇ ਵਿੱਚ ਤਿੰਨੇ ਹੀ ਲਾਈਕ ਟਰਮ ਆ ਗਈਆਂ, ਤਿੰਨੋਂ ਵਿਅੰਜਕਾਂ ਦੀਆਂ। ਤਾਂ ਦੋ ਜਿਹੜੇ ਹੈਗੇ ਨੇ ਬੱਚੋ ਇਹਦੇ ਵਿੱਚ zx ਜਾਂ xz ਹੈ ਤਾਂ ਲਾਈਕ ਟਰਮ ਹੈ ਇਹ, ਉਹਨਾਂ ਦੇ ਨਿਸ਼ਾਨ ਹੈਗੇ ਨੇ ਬਰਾਬਰ, ਭਾਵ 3 ਔਰ 3। ਇਹਨਾਂ ਦਾ ਨਿਸ਼ਾਨ ਕੀ ਹੈ, ਮਾਈਨਸ, ਦੋਨੇ ਜੁੜ ਗਏ, ਕੀ ਬਣ ਗਏ 6। ਹੁਣ 6 ਦੇ ਵਿੱਚੋਂ ਆਪਾਂ ਨੇ 9 ਜਿਹੜਾ ਪਲੱਸ ਦਾ ਹੈ ਉਹਨੂੰ ਮਾਈਨਸ ਕਰਨਾ, ਤਾਂ ਕਿੰਨਾ ਬਚੇਗਾ ਬੱਚੋ 3zx, ਭਾਵ 3 ਤੇ 3 6 ਬਣ ਗਏ। ਔਰ 9 ਦੇ ਵਿੱਚ ਬੱਚੋ ਆਪਾਂ ਨੇ 3 ਘਟਾ ਦੇਣਾ, 6, 3 ਤੇ 3 ਦਾ ਜੋੜ, ਤਾਂ ਆਪਣੇ ਕੋਲ ਬਚ ਗਿਆ 3zx। ਹੁਣ ਜਿਹੜਾ ਬੱਚੋ ਲਾਸਟ ਤੋਂ ਪਹਿਲਾਂ ਇੱਕ ਲਿਖਿਆ -4y, ਦੇਖੋ ਇਹਦੇ ਵਿੱਚ ਨਾ ਤਾਂ ਇਸ ਦੇ ਉੱਪਰ ਕੋਈ ਵਿਅੰਜਕ ਹੈਗਾ ਪਲੱਸ ਜਾਂ ਮਾਈਨਸ ਹੋਣ ਵਾਲਾ, ਔਰ ਨਾ ਹੀ ਬੱਚੋ ਇਸ ਦੇ ਹੇਠ ਹੈ, ਤਾਂ ਇਸ ਨੂੰ -4y ਲਿਖ ਦਾਂਗੇ। ਉਸ ਤੋਂ ਬਾਅਦ ਹੈਗਾ 5x, ਇਹ ਵੀ ਇਸੇ ਤਰ੍ਹਾਂ ਹੀ ਆਏਗਾ +5x। ਤਾਂ ਇਹ ਇਹਨਾਂ ਦਾ ਬੱਚੋ ਸੀਗਾ ਜੋੜ। ਇਸ ਤਰ੍ਹਾਂ ਹੀ ਬੱਚੋ ਆਪਾਂ ਮਾਈਨਸ ਦਾ ਕਰਾਂਗੇ। ਘਟਾਓ, ਫਰਕ ਕਿੱਥੇ ਆਏਗਾ ਬੱਚੋ ਘਟਾਓ ਦੇ ਵਿੱਚ। ਹੁਣ ਮੈਂ ਇਸ ਦੇ ਵਿੱਚ 4x + 5 ਔਰ 9x - 10 ਦਾ ਘਟਾਓ ਤੁਹਾਨੂੰ ਦੱਸ ਰਿਹਾ। ਫਸਟ ਮੈਂ ਲਿਖਿਆ 4x + 5, ਤਾਂ ਸੈਕਿੰਡ ਦੇ ਵਿੱਚ ਮੈਂ ਲਿਆ 9x। 9x ਦੀ ਲਾਈਕ ਟਰਮ ਹੈਗੀ ਆ ਬੱਚੋ 4x, ਤਾਂ ਮੈਂ 9x ਨੂੰ 4x ਦੇ ਹੇਠਾਂ ਲਿਖ ਲਿਆ। ਦੂਸਰਾ ਬੱਚਾ ਹੈਗਾ -10 -10, ਉਹ ਕਿਹਦੇ ਥੱਲੇ ਆਏਗਾ 5 ਦੇ। ਤਾਂ ਇੱਥੇ ਤੱਕ ਤਾਂ ਬੱਚੋ ਜੋ ਆਪਾਂ ਪਲੱਸ ਕੀਤਾ ਉਹਦੇ ਬਰਾਬਰ ਆ, ਆਪਾਂ ਲਾਈਕ ਟਰਮ ਨੂੰ ਲਾਈਕ ਟਰਮ ਦੇ ਥੱਲੇ ਲਿਖਤਾ। ਫਰਕ ਕੀ ਹੈ ਬੱਚੋ ਜੋੜ ਤੇ ਘਟਾਓ ਦੇ ਵਿੱਚ। ਹੁਣ ਘਟਾਓ ਦੇ ਵਿੱਚ ਬੱਚੋ ਜਿਹੜੇ ਲਾਸਟ ਦਾ ਵਿਅੰਜਕ ਲਿਖਿਆ ਆਪਾਂ ਨੇ 9x ਤੇ -10, ਇਹਨਾਂ ਦੇ ਹੇਠਲੇ ਨੰਬਰਾਂ ਦੇ ਆਪਾਂ ਨਿਸ਼ਾਨ ਬਦਲਨੇ ਨੇ। ਮੈਂ ਬਦਲੇ ਵੀ ਹੋਏ ਨੇ, ਦੇਖ ਲਓ ਧਿਆਨ ਨਾਲ। 9 ਹੈ ਜਿਹੜਾ ਉਹਦਾ ਨਿਸ਼ਾਨ ਕੀ ਹੈ ਬੱਚੋ ਪਲੱਸ, ਤੇ ਮੈਂ ਕੀ ਕਰਤਾ ਮਾਈਨਸ। ਔਰ 10 ਦਾ ਨਿਸ਼ਾਨ ਮਾਈਨਸ ਹੈ, ਉਹਨੂੰ ਕੀ ਕਰਤਾ ਆਪਾਂ ਪਲੱਸ। ਉਹ ਨਿਸ਼ਾਨ ਬੱਚੋ ਬਦਲ ਕੇ ਆਪਾਂ ਲਿਖਣੇ ਨੇ, ਕਿਉਂਕਿ ਕੁਐਸਚਨ ਫਿਰ ਜਿਹੜਾ ਇਹਨਾਂ ਨਿਸ਼ਾਨਾਂ ਨਾਲੇ ਕਰਨਾ ਆਪਾਂ ਨੇ। ਹੁਣ ਦੇਖੋ ਬੱਚੋ 4 ਦਾ ਨਿਸ਼ਾਨ ਪਲੱਸ ਦਾ ਹੈ,
ਤੇ 9 ਦਾ ਨਿਸ਼ਾਨ ਕਾਹਦਾ ਬਣ ਗਿਆ ਮਾਈਨਸ ਦਾ, ਤਾਂ ਕਿੰਨੇ ਬਚ ਗਏ ਮਾਈਨਸ ਦੇ 5x। ਫਿਰ 5 ਦਾ ਪਲੱਸ ਤੇ 10 ਦਾ ਵੀ ਚੇਂਜ ਕਰਕੇ ਆ ਗਿਆ ਪਲੱਸ, ਕਿਉਂਕਿ ਆਪਾਂ ਚੇਂਜ ਕੀਤਾ ਹੋਇਆ ਨਿਸ਼ਾਨ ਲੈਣਾ। ਦੋਨੇ ਪਲੱਸ ਦੇ ਹੋ ਗਏ, ਤਾਂ ਪਲੱਸ ਦੇ ਹੋਣ ਦੇ ਨਾਲ ਇਹ ਕਿੰਨਾ ਬਣ ਗਿਆ ਬੱਚੋ 10 ਤੇ 5 15। ਹੁਣ ਇਸ ਤਰ੍ਹਾਂ ਹੀ ਇੱਕ ਹੋਰ ਕੁਐਸਚਨ ਇਸ ਦੇ ਵਿੱਚ ਘਟਾਓ ਵਾਲਾ, ਇਸ ਦੇ ਵਿੱਚ ਵਿਅੰਜਕ ਕੁਝ ਜ਼ਿਆਦਾ ਲਏ ਨੇ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਕਲੀਅਰ ਹੋ ਜਾਵੇ। ਫਸਟ ਦੇ ਵਿੱਚ ਆਪਾਂ ਲਿਆ 7x ਸਕੁਏਅਰ ਮਾਈਨਸ 4xy ਪਲੱਸ 8y ਸਕੁਏਅਰ ਪਲੱਸ 5x ਮਾਈਨਸ 3। ਦੂਜੇ ਦੇ ਵਿੱਚ ਇਹਦੀਆਂ ਲਾਈਕ ਟਰਮ ਆਪਾਂ ਦੇਖ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਨੇ। 5x ਸਕੁਏਅਰ ਮਾਈਨਸ 4y ਸਕੁਏਅਰ ਪਲੱਸ 6y ਮਾਈਨਸ 3। ਹੁਣ ਲਾਈਕ ਟਰਮ ਦੇ ਵਿੱਚ 5x ਸਕੁਏਅਰ ਜਿਹੜਾ 7x ਸਕੁਏਅਰ ਦੇ ਥੱਲੇ ਆ ਗਿਆ ਔਰ 8 ਦੇ ਥੱਲੇ ਆ ਗਿਆ 4y ਸਕੁਏਅਰ। y ਦੇ ਥੱਲੇ ਬੱਚੋ 6y ਹੈ, 3 ਦੇ ਥੱਲੇ ਕੁਛ ਨਹੀਂ ਹੈ ਕਿਉਂਕਿ ਇਹਦਾ ਕੋਈ ਲਾਈਕ ਟਰਮ ਨਹੀਂ ਹੈਗੀ। ਠੀਕ ਹੈ ਬੱਚੋ। ਉਸ ਤੋਂ ਬਾਅਦ ਆਪਾਂ ਨੇ ਇਹਦੇ ਬਦਲੇ ਨਿਸ਼ਾਨ। 5 ਦਾ ਬਦਲਤਾ ਮਾਈਨਸ ਹੋ ਗਿਆ, 4 ਦਾ ਬਦਲਤਾ ਪਲੱਸ, 6 ਦਾ ਮਾਈਨਸ ਔਰ 3 ਦਾ ਪਲੱਸ। ਫਿਰ ਆਪਾਂ ਇਹਨਾਂ ਨੂੰ ਨੂਮੈਰੀਕਲ ਵੈਲਿਊਜ਼ ਨੂੰ ਨਿਸ਼ਾਨ ਦੇ ਮੁਤਾਬਕ ਪਲੱਸ ਮਾਈਨਸ ਕਰਾਂਗੇ। 7 ਦੇ ਵਿੱਚ ਜਿਹੜਾ 5 ਹੈ ਬੱਚੋ ਉਹ ਮਾਈਨਸ ਹੋਏਗਾ, 4 ਦੇ ਥੱਲੇ ਕੁਛ ਨਹੀਂ ਤਾਂ ਮਾਈਨਸ 4x ਆ ਗਿਆ ਔਰ 8 ਦੇ ਵਿੱਚ ਜਿਹੜਾ 4 ਹੈ ਬੱਚੋ ਉਹ ਪਲੱਸ ਹੋ ਜਾਏਗਾ ਕਿਉਂਕਿ ਦੋਨੇ ਵੈਲਿਊਜ਼ ਕੀ ਹੋ ਗਈਆਂ ਸੇਮ, ਨਿਸ਼ਾਨ ਸੇਮ ਹੋ ਗਏ। ਤਾਂ ਸੇਮ ਨਿਸ਼ਾਨ ਨੇ ਜਿਹੜੇ ਚਾਹੇ ਪਲੱਸ ਦੇ ਹੋਣ ਚਾਹੇ ਮਾਈਨਸ ਦੇ ਹੋਣ ਉਹਨਾਂ ਨੂੰ ਆਪਾਂ ਕੀ ਕਰਦੇ ਹਾਂ ਪਲੱਸ ਕਰਦੇ ਹਾਂ। ਨੈਕਸਟ ਇਸ ਤੋਂ ਹੋਏਗਾ ਬੱਚੋ 5x, ਇਹਦੇ ਥੱਲੇ ਕੁਛ ਵੀ ਨਹੀਂ ਹੈਗਾ ਆਪਾਂ 5x ਲਿਖਾਂਗੇ। 3 ਤੇ 6 ਦਾ ਨਿਸ਼ਾਨ ਬੱਚੋ ਫਿਰ ਬਰਾਬਰ ਆ ਗਿਆ ਮਾਈਨਸ ਦਾ, ਤਾਂ ਮਾਈਨਸ 9y ਤੇ ਪਲੱਸ 3। ਤਾਂ ਇਹ ਬੱਚੋ ਕੁਛ ਸਵਾਲ ਸੀਗੇ ਤੁਹਾਡੇ ਕੋਲੇ ਪਲੱਸ ਤੇ ਮਾਈਨਸ ਦੇ, ਤੇ ਉਮੀਦ ਹੈ ਮੈਨੂੰ ਕਿ ਇਹ ਜਿਹੜਾ ਚੈਪਟਰ ਮੈਂ ਤੁਹਾਨੂੰ ਕਰਾਇਆ ਅਲਜੈਬਰਿਕ ਵਿਅੰਜਕ ਦਾ, ਜੋ ਤੁਹਾਨੂੰ ਕੰਡੀਸ਼ਨਾਂ ਮੇਖ ਦੀਆਂ ਦੱਸੀਆਂ ਨੇ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ। ਨੈਕਸਟ ਆਪਾਂ ਲੈਕਚਰ ਦੇ ਵਿੱਚ ਬੱਚੋ ਮੈਂ ਤੁਹਾਨੂੰ ਹੋਰ ਕੁਐਸਚਨ ਇਸ ਦੇ ਆਪ ਤੁਸੀਂ ਵੀ ਕਰੋਗੇ ਮੇਰੇ ਨਾਲ, ਮੈਂ ਵੀ ਕਰਕੇ ਦਿਖਾਵਾਂਗਾ। ਪਰ ਜੋ ਚੀਜ਼ਾਂ ਬੱਚੋ ਅੱਜ ਦੱਸੀਆਂ ਨੇ ਲਾਈਕ ਟਰਮ, ਅਨਲਾਈਕ, ਇੱਕ ਪਦ, ਦੋ ਪਦ ਜਾਂ ਉਹਨਾਂ ਦੇ ਨੂਮੈਰੀਕਲ ਕੋਫੀਸ਼ੀਐਂਟ, ਉਹ ਬੱਚੋ ਤੁਸੀਂ ਚੰਗੀ ਤਰ੍ਹਾਂ ਜ਼ਰੂਰ ਦੇਖਣੇ ਨੇ ਔਰ ਕਰਕੇ ਵੀ ਦਿਖਾਣੇ ਆ। ਜੋ ਕੁਐਸਚਨ ਮੈਂ ਤੁਹਾਨੂੰ ਨੋਟ ਕਰਾਏ ਸੀਗੇ ਹੁਣ ਉਹ ਆਪਦੇ ਟੀਚਰ ਨੂੰ ਜ਼ਰੂਰ ਚੈੱਕ ਕਰਾਇਓ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਬਾਕੀ ਆਪਦਾ ਬੱਚੇ ਇਸ ਦਾ ਜਿਹੜਾ ਬਚਿਆ ਭਾਗ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਧੰਨਵਾਦ।